तलवाड़ा नगर पंचायत एरिया में बतौर मोटिवेटर कार्यरत 3 मुलाजिमों ने अपनी इंचार्ज तृप्ता देवी पर वेतन नहीं देने के आरोप लगाकर काम छोड़ दिया है। आज प्रेस वार्ता करते हुए 3 मोटिवेटर मुलाजिमों मुकेश कुमार, रेणु शर्मा तथा वरुण कुमार ने बताया कि हम घर घर जाकर लोगों को पखाने बनाने, सफाई व्यवस्था, सैनिटेशन बारे जागरूक करते आ रहे हैं, लेकिन हमें कोई वेतन नहीं मिला है, इसलिए हम काम छोड़ रहे हैं। उधर इस मामले में सीएफ तृप्ता देवी से जब पूछा गया तो उन्होंने कहा कि हमने सिर्फ एक मोटिवेटर मुकेश कुमार को ही काम पर रखा था, उन्हें इसलिए वेतन नहीं मिला क्योंकि उसने अपना हिसाब बनाकर हमें नहीं दिया है। रही बात दूसरे 2 लोगों की तो उन्हें हमने काम पर नहीं रखा है, इसलिए वेतन कहां से देंगे। उधर इस मामले में जब नगर पंचायत की प्रधान मोनिका शर्मा से जानकारी ली गई तो उन्होंने कहा कि हमें इन 3 मोटिवेटर ने शिकायत दी है कि हमें हमारी इंचार्ज सीएफ तृप्ता देवी के कारण परेशानी हो रही है। इस पर नगर पंचायत की प्रधान मोनिका शर्मा ने कहा कि हम इनके खिलाफ सीधी कोई भी कार्रवाई नहीं कर सकते हैं। मैम की नाम अपना? मेरा नाम रेणु शर्मा। मैम की प्रॉब्लम आ रही है ਤੁਹਾਨੂੰ ਸਮੱਸਿਆ? मैं ਇੱਥੇ ਤਲਵਾੜਾ ਮਿਊਨਿਸਪਲ ਕਾਰਪੋਰੇਸ਼ਨ ਚ ਸਵੱਛ ਭਾਰਤ ਅਭਿਆਨ ਚ ਮੋਟੀਵੇਟਰ ਦੇ ਤੌਰ ਤੇ ਕੰਮ ਕੀਤਾ 4 ਮਹੀਨੇ, ਪਰ ਮੈਨੂੰ ਇੱਥੇ ਨਾ ਹੀ ਕੋਈ ਸੈਲਰੀ ਮਿਲੀ। ਜੋ ਮੈਡਮ ਹੈ ਉਹ ਮਤਲਬ ਹਰ ਜਗ੍ਹਾ ਸਾਨੂੰ ਜਲੀਲ ਕਰਦੇ ਹੈ। ਜਿੱਥੇ ਵੀ ਜਾਣਾ ਇਹਨਾਂ ਨੇ ਹਰ ਜਗ੍ਹਾ ਸਾਡੀ ਬੇਇੱਜ਼ਤੀ ਕੀਤੀ। ਜਿੱਥੇ ਵੀ ਕਿਤੇ ਇਹਨਾਂ ਦਾ ਕੋਈ ਵੀ ਰੈਲੀ ਹੋਣੀ ਉਹਦੇ ਵਿੱਚ ਕਹਿਣਾ ਨਿਕਲੋ ਬਾਹਰ, ਮਤਲਬ बहुत ज़्यादा डिग्रेड करते हैं मैडम। कितने महीने काम किया तुसीं? 4 महीने। ਤੁਹਾਨੂੰ 4 ਮਹੀਨੇ ਕੋਈ ਪੈਸਾ ਨਹੀਂ कोई ਮਿਲਿਆ? पैसा नहीं मिले। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? मैं यही मंग करनी है कि जो साडी जायज़ बनती है सैलरी वो सानू दी जाए, जो असीं भी छोटे बच्चे अपने छड़ के तो इत्थे आके काम कर रहे हैं। ਤੇ ਤੁਸੀਂ ਆਪਣੀ ਲਿਖਤੀ ਸ਼ਿਕਾਇਤ ਨਹੀਂ ਕੀਤੀ ਨਗਰ ਪੰਚਾਇਤ 'ਚ ਇਹਦੇ ਬਾਰੇ? नगर पंचायत च काफ़ी बारी मेरी गल हुई है, बस उन्होंने कहना कि तुसीं इस 2 हफ्ते बाद तुहाडी सैलरी मिल जानी है। बस हफ्ते बाद आओ, हफ्ते बाद इदा ही बस टाइम पास करते हैं। ਕੀ ਨਾਮ ਹੈ ਆਪਣਾ? ਮੇਰਾ ਨਾਮ ਮੁਕੇਸ਼ ਕੁਮਾਰ ਹੈ। ਮੈਂ ਨਗਰ ਪੰਚਾਇਤ ਦੇ ਵਿੱਚ ਸਵੱਛ ਭਾਰਤ ਦੇ ਵਿੱਚ ਐਜ਼ ਏ ਮੋਟੀਵੇਟਰ ਦਾ ਪਾਰਟ ਟਾਈਮ ਕੰਮ ਕੀਤਾ ਸੀਗਾ ਜੀ। ਸੋ ਪਹਿਲੀਆਂ 2 ਕਿਸ਼ਤਾਂ ਮੈਨੂੰ ਮਿਲ ਗਈਆਂ ਸੀਗੀਆਂ ਜੀ। ਜਿਹੜੀ ਤੀਜੀ ਕਿਸ਼ਤ ਸੀਗੀ ਮੇਰੀ ਸਵੱਛ ਭਾਰਤ ਦੇ ਵਿੱਚ ਜਿਹੜੇ ਪੈਸੇ ਸੀਗੇ, ਜਦੋਂ ਆਪਣੇ ਮੈਡਮ ਆਏ ਸੀਗੇ ਸੀਐਫ ਤ੍ਰਿਪਤਾ ਦੇਵੀ, ਤੇ ਉਹਨਾਂ ਨੇ ਕਿਹਾ ਸੀਗਾ ਕੋਈ ਨਾ ਜੀ ਤੁਸੀਂ ਕੰਮ ਕਰੋ ਤੇ ਆਪਾਂ ਦਵਾ ਦੇਵਾਂਗੇ। ਤੇ ਉਹਨਾਂ ਨਾਲ 3 ਮਹੀਨੇ ਲਾਏ ਸੀਗੇ, ਕੰਮ ਪੂਰਾ ਕਰਕੇ ਦੇ ਦਿੱਤਾ ਸੀਗਾ ਜੀ। ਜਦੋਂ ਪੈਸੇ ਦੀ ਗੱਲ ਕਹੀ ਕਿ ਮੈਮ ਜਿਹੜਾ ਮੇਰਾ ਬਚਦਾ ਪੈਸਾ ਦਵਾ ਦਿਓ ਜੀ, ਤੁਹਾਡੇ ਇੱਕ ਸਾਈਨ ਹੋਣੇ ਆ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੰਮ ਨਹੀਂ ਕੀਤਾ ਜੀ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਮੈਂ ਇਹੀ ਚਾਹੁੰਦਾ ਜੀ ਜੇਕਰ ਮੇਰੇ ਪੈਸੇ ਮਿਲਦੇ ਆ ਤਾਂ ਮੈਨੂੰ ਦਵਾ ਦਿਓ ਜੀ। ਤੁਸੀਂ ਨਗਰ ਪੰਚਾਇਤ ਨੂੰ ਲਿਖਤੀ ਰੂਪ 'ਚ ਦਿੱਤਾ ਇਹਦੇ ਲਿਖਤੀ ਬਾਰੇ? ਰੂਪ ਦੇ ਵਿੱਚ ਈਓ ਸਾਹਿਬ ਮੋਹਿਤ ਸ਼ਰਮਾ ਸੀਗੇ ਜੀ, ਉਹਨਾਂ ਨੂੰ ਵੀ ਦਿੱਤਾ ਸੀਗਾ, ਤੇ ਉਸ ਤੋਂ ਬਾਅਦ ਜਿਹੜੇ ਪ੍ਰਧਾਨ ਸਾਹਿਬ ਨੇ ਜਿਹੜੇ ਹੁਣ ਦੇ ਬਣੇ ਉਹਨਾਂ ਨੂੰ ਵੀ ਦਿੱਤਾ ਸੀਗਾ ਜੀ। ਸੋ ਜੋ ਕਾਨੂੰਨ ਦਾ ਕੰਮ ਕਾਰਵਾਈ ਸੀਗੀ ਉਹਦੇ ਅਕੋਰਡਿੰਗ ਜੋ ਉਹ ਅਗੇਂਸਟ ਪੈਸੇ ਮਿਲਦੇ ਆ ਮੈਂ ਉਹ ਕਿੰਨੇ ਪੈਸੇ ਤੁਹਾਡੇ ਲਗਭਗ ਬਕਾਇਆ ਹੈ? ਲਗਭਗ ਮੇਰਾ ਮੈਕਸਿਮਮ 30 ਲਮਸਮ ਹੋਣਾ ਜੀ। ਠੀਕ ਹੈ। ਹਾਂਜੀ 30,000 ਜੀ? ਹਾਂਜੀ ਜੀ। ਤੇ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੰਮ ਮੰਗ ਆਹੀ ਹੈ ਜੀ ਜਿਹੜਾ ਅਸੀਂ ਕੰਮ ਕੀਤਾ ਹੈ, ਕਿਉਂਕਿ ਆਹ ਕੋਈ ਸਰਕਾਰੀ ਨੌਕਰੀ ਤਾਂ ਨਹੀਂ ਆ ਕਿ ਜਾਂ ਪਰਮਾਨੈਂਟ ਇੱਥੇ ਨੌਕਰੀ ਆ, ਸਿਰਫ ਇੱਕ ਸਰਵੇ ਹੈ, ਸਰਵੇ ਕਰਕੇ ਦੇ ਦਿੱਤਾ ਸੀਗਾ ਜੀ। ਸੋ ਜਿਹੜਾ ਪੈਸਾ ਬਣਦਾ ਸੀਗਾ ਉਹ ਦਿੱਤਾ ਜਾਵੇ। ਹਾਂਜੀ ਸਰ, ਕੀ ਨਾਮ ਤੁਹਾਡਾ? वरुण शर्मा ही मेरा नाम है जी। ਅੱਛਾ मैं सी एफ मैडम नाल मैं मोटिवेटर का काम करता सी, ਤੇ ਉਹਨਾਂ ਨੇ ਮੈਂ 1.5 ਮਹੀਨਾ ਕੰਮ ਕੀਤਾ, ਜਿਸ ਦੀ ਮੈਨੂੰ ਕੋਈ ਸੈਲਰੀ ਨਹੀਂ ਮਿਲੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਮੋਟੀਵੇਟਰ ਸੈਲਰੀ 1.5 ਜਾਂ 2 ਮਹੀਨੇ ਵਿੱਚ ਬਾਅਦ 'ਚ ਆਉਂਦੀ ਹੈ। ਤਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲਿਆ? 1 ਰੁਪਿਆ ਨਹੀਂ ਮਿਲਿਆ ਜੀ। ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ? ਇਹੀ ਸਾਡੀ ਜੋ ਪੰਜ ਤਨਖਾਹ ਦਿੱਤੀ। ਤੁਸੀਂ ਲਿਖਤੀ ਰੂਪ 'ਚ ਮੈਂ ਨਗਰ ਪੰਚਾਇਤ 'ਚ ਦਿੱਤਾ ਹੈ? ਹਾਂਜੀ ਦਿੱਤਾ ਜੀ। ਤੇ ਮੈਡਮ ਨਾਲ ਮੇਰੀ ਗੱਲ ਹੋਈ ਹੈ, ਮੈਡਮ 2-3 ਵਾਰੀ ਕਿਹਾ, ਉਹਨਾਂ ਨੇ ਮੇਰੀ ਗੱਲ ਦਾ ਗੌਰ ਨਹੀਂ ਕੀਤਾ। ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਮੈਡਮ ਇਹ ਬੰਦਾ ਕੰਮ ਕਰਨਾ ਨਹੀਂ ਹੈ। ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ? ਇਹੀ ਹੈ ਜੋ ਮੇਰੇ ਪੈਸੇ ਬਣਦੇ 1.5 ਮਹੀਨੇ ਦਿੱਤੇ ਜਾਣ। ਹਾਂਜੀ ਪ੍ਰਧਾਨ ਜੀ, ਕਿ ਤੁਹਾਡੇ ਨਗਰ ਪੰਚਾਇਤ ਦਫ਼ਤਰ ਦੇ ਬਾਹਰ ਇੱਕ ਧਰਨਾ ਲੱਗਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਹਾਂਜੀ, ਇਹ ਸਾਡੇ ਦਫ਼ਤਰ ਸੀਐਫ ਦਾ ਕੰਮ ਕਰਦੀ ਹੁੰਦੀ ਸੀਗੀ। ਇਹਦੇ ਖਿਲਾਫ ਮੈਨੂੰ ਕਾਫੀ ਸਾਰੀ ਐਪਲੀਕੇਸ਼ਨਸ ਆਈਆਂ। ਮੋਟੀਵੇਟਰ ਨੇ ਵੀ ਕਿਹਾ ਕਿ ਕਹਿੰਦੇ ਨੇ, ਔਰ ਜਨਤਾ ਵੀ ਕਹਿੰਦੀ ਸੀ ਕਿ ਸਾਨੂੰ ਇਹ ਲਾ ਕੇ ਨਜਾਇਜ਼ ਤੰਗ ਕਰਦੀ ਹੈ, ਔਰ ਮੋਟੀਵੇਟਰ ਕਹਿੰਦੇ ਕਿ ਸਾਨੂੰ ਇਹਨੇ ਸਾਡੀ ਤਨਖਾਹ ਨਹੀਂ ਪਵਾਈ, ਬਲਕਿ ਇਹ ਉਹਨਾਂ ਦੀ ਤਨਖਾਹ ਪਵਾਉਣੀ ਇਹਦੇ ਹੱਥ 'ਚ ਹੀ ਹੁੰਦੀ ਹੈ। ਇਹ ਕੰਮ ਕਰਾ ਕੇ ਉਹਨਾਂ ਕੋਲੋਂ ਪੈਸੇ ਨਹੀਂ ਸੀ ਦਿੰਦੀ ਉਹਨਾਂ ਨੂੰ। ਤਾਂ ਇਸ ਕਰਕੇ ਮੈਂ ਇਹਨਾਂ ਦੀ ਹਾਇਰ ਅਥਾਰਟੀ ਨੂੰ ਇਹ ਲਿਖ ਕੇ ਭੇਜਿਆ ਕਿ ਜੀ ਸਾਨੂੰ ਇਹ ਬਦਲ ਦਿੱਤੀ ਜਾਵੇ, ਇਹਦੀ ਜਗ੍ਹਾ ਸਾਨੂੰ ਦੂਜੀ ਮੋਟੀਵੇਟਰ ਸੀਐਫ ਸਾਨੂੰ ਅਪਾਇੰਟ ਕਰਕੇ ਦਿੱਤੀ ਜਾਏ। ਇਹਨੇ ਆ ਕੇ ਮੈਨੂੰ ਇਹ ਕਿਹਾ ਕਿ ਤੁਸੀਂ ਮੇਰੇ ਲਈ ਇਹ ਗੱਲ ਲਿਖੀ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਅਸੀਂ ਬਹਿ ਕੇ ਗੱਲ ਕੀਤੀ ਨੇ। ਸ਼ਹਿਰ ਦੇ ਕਈ ਗਣਮਾਨੇ ਵਿਅਕਤੀ ਲੈ ਕੇ ਆਉਂਦੇ, ਉਹਨਾਂ ਨਾਲ ਬੈਠ ਕੇ ਅਸੀਂ ਸਾਡੀ ਗੱਲ ਖਤਮ ਹੋ ਗਈ, ਸਾਡਾ ਜਿਹੜਾ ਵੀ ਡਿਸਪਿਊਟ ਸੀਗਾ ਸਾਡਾ ਖਤਮ ਹੋ ਗਿਆ। ਔਰ ਅਸੀਂ ਹਾਇਰ ਅਥਾਰਟੀ ਨੂੰ ਕੀ ਕਹਿੰਦੇ ਨੇ, ਇਹਦੇ ਜਿਹੜੀ ਸੀਗੀ ਐਪਲੀਕੇਸ਼ਨ ਸੀਗੀ ਉਹਦੇ ਲਈ ਅਸੀਂ ਇੱਕ ਲੈਟਰ ਵੀ ਲਿਖ ਕੇ ਭੇਜਤਾ ਜੀ ਸਾਡਾ ਡਿਸਪਿਊਟ ਖਤਮ ਹੋ ਗਿਆ।
ਇਹਨੂੰ ਅਸੀਂ ਕਿਹਾ ਕਿ 2-3 ਦਿਨ ਵੇਟ ਕਰੋ, ਉਹਨਾਂ ਦਾ ਜਵਾਬ ਆ ਜਾਏਗਾ, ਲੇਕਿਨ ਇਹ ਨਹੀਂ ਹਟੀ ਔਰ ਇਹ ਕੀ ਕਹਿੰਦੇ ਨੇ ਜਾਂਦੇ ਰਹੀ, ਪ੍ਰੈਸ ਕੋਲ ਚਲੀ ਗਈ ਔਰ ਇਹਨੇ ਮੇਰੇ ਖਿਲਾਫ ਕਾਫੀ ਸਾਰੀਆਂ ਗੱਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚਲੋ ਹਾਂਜੀ ਮੈਡਮ, ਹੁਣ ਇਹ ਜਿਹੜੀ ਧਰਨੇ ਤੇ ਬੈਠੀ ਹੈ ਮੈਡਮ, ਇਹਨੂੰ ਇੱਥੋਂ ਬਦਲ ਦਿੱਤਾ ਗਿਆ ਜਾਂ ਕੱਢ ਦਿੱਤਾ ਗਿਆ ਨੌਕਰੀ ਤੋਂ? ਨਹੀਂ, ਮੈਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ। ਔਰ ਦੇਖिए, ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਨਗਰ ਪੰਚਾਇਤ ਦਾ ਇਸ ਨੂੰ ਸੀਐਫ ਨੂੰ ਰੱਖਣੇ ਔਰ ਕੱਢਣੇ 'ਚ ਉਹਨਾਂ ਦਾ ਕੋਈ ਰੋਲ ਨਹੀਂ ਹੁੰਦਾ। ਇਹ ਇੱਕ ਅਲੱਗ ਸੰਸਥਾ ਹੈਗੀ ਹੈ, ਸਿਰਫ ਅਸੀਂ ਇਹਨੂੰ ਇੱਕ ਮੋਟੀਵੇਟਰ ਦੇ ਸਕਦੇ ਹਾਂ, ਬਾਕੀ ਇਸ ਤੋਂ ਇਲਾਵਾ ਅਸੀਂ ਇਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੁੰਦਾ। ਇਹਨੇ ਆਪਣਾ ਅਲੱਗ ਕੰਮ ਕਰਨਾ ਹੁੰਦਾ, ਸਾਡਾ ਨਗਰ ਪੰਚਾਇਤ ਦਾ ਕੰਮ ਅਲੱਗ ਹੁੰਦਾ। ਮੈਡਮ ਜੀ, ਤੁਹਾਡੇ ਜਿਹੜੇ ਲੱਗਦੇ ਪਿਆ ਕਿ ਜਿਹੜੇ ਕੋਆਰਡੀਨੇਟਰ ਲੱਗੇ ਸੀ ਉਹਨਾਂ ਦੀ ਤਨਖਾਹ ਬਾਰੇ, ਤਨਖਾਹ ਨਹੀਂ ਮਿਲਣੀ, ਉਹਦੇ ਬਾਰੇ? ਸਰ, ਸਭ ਤੋਂ ਪਹਿਲਾਂ ਤਾਂ ਇਹ ਕਿ ਮੈਂ 1 ਅਗਸਤ 2009 ਵਿੱਚ ਜੁਆਇਨ ਕੀਤਾ। ਹਜੇ ਮੈਨੂੰ ਇੱਥੇ ਤਲਵਾੜੇ ਦੀ ਇੰਨੀ ਨੌਲੇਜ ਨਹੀਂ ਸੀਗੀ। ਮੈਨੂੰ SI ਸਲਿੰਦਰ ਸਰ ਸੀਗੇ, ਉਹਨਾਂ ਨੇ ਕਿਹਾ ਮੈਡਮ ਵੀ 2 ਮੋਟੀਵੇਟਰ ਰੱਖ ਲਓ। ਵੈਸੇ ਮੈਨੂੰ ਉੱਤੋਂ ਪਰਮਿਸ਼ਨ ਨਹੀਂ ਸੀਗੀ ਮੈਂ ਉਹ ਰੱਖਾਂ, ਠੀਕ ਹੈ। ਅਤੇ ਮੈਂ ਕਿਹਾ ਸਰ ਮੇਰੇ ਆਫਿਸਰ ਆ, ਠੀਕ ਹੈ, ਮੈਂ ਕਿਹਾ ਸਰ ਰੱਖ ਲੈਂਦੇ ਹਾਂ। ਸਰ ਉਹਨਾਂ ਦੀ ਜਿੱਦਾਂ 2 ਦਿਨ ਕਹਿੰਦੇ ਮੈਡਮ ਇਹਨਾਂ ਰੱਖੋ, ਟ੍ਰੇਨਿੰਗ ਦਿਓ। ਮੈਂ ਸਰ ਜਿਹੜਾ ਲੜਕਾ ਸੀਗਾ ਉਹਨੇ ਪਹਿਲੇ ਇਸ ਕੰਮ 'ਚ ਕੀਤਾ ਹੋਇਆ ਸੀ PMIDs 'ਚ, ਇਸ ਕਰਕੇ ਮੈਂ ਉਹਨੂੰ ਪ੍ਰੈਫਰੈਂਸ ਦਿੱਤੀ ਵੀ ਸਰ ਮੈਂ ਇੱਕ ਰੱਖ ਲੈਂਦੀ ਹਾਂ। ਲੇਕਿਨ ਇਹਨਾਂ ਨੇ ਮੈਨੂੰ ਜ਼ੋਰ ਪਾਇਆ ਕਿ ਨਹੀਂ ਉਹਨੂੰ ਵੀ ਰੱਖਣਾ ਆ। ਸਰ ਮੈਂ ਉਹਨੂੰ 2 ਦਿਨ ਆਪਣੇ ਨਾਲ ਰੱਖਿਆ, ਟ੍ਰੇਨਿੰਗ ਦਿੱਤੀ। ਤੀਸਰੇ ਦਿਨ ਮੈਂ ਉਹਨੂੰ ਕਿਹਾ ਵੀ ਤੁਸੀਂ ਮੈਡਮ ਜਾ ਕੇ ਫੀਲਡ ਵਿੱਚ ਕੰਮ ਕਰੋ ਕਿ ਆਪਾਂ ਚੈਕਿੰਗ ਕਰਨ ਆਉਂਦੇ ਆ। ਮੈਂ ਸਵੇਰ ਨੂੰ ਫੋਨ ਕੀਤਾ ਆਲ ਦਾ ਬੈਸਟ ਕਹਿਣ ਲਈ, ਮੈਂ ਕਿਹਾ ਮੈਡਮ ਵੀ ਆਲ ਦਾ ਬੈਸਟ ਵੀ ਤੁਸੀਂ ਫੀਲਡ ਵਿੱਚ ਹੋ? ਕਹਿੰਦੇ ਹਾਂਜੀ ਮੈਡਮ ਮੈਂ ਫੀਲਡ 'ਚ ਪਹੁੰਚ ਗਈ ਹਾਂ। ਅਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਨਾ ਇਸ ਤਰ੍ਹਾਂ ਕਰੋ, ਕੁਝ ਫੀਮੇਲ ਇਕੱਠੀਆਂ ਕਰੋ, ਮੈਂ ਈਓ ਸਰ ਨੂੰ ਲੈ ਕੇ ਆਉਂਦੀ ਹਾਂ ਵੀ ਥੋੜ੍ਹਾ ਆਪਾਂ ਕਰ ਲਈ, ਆਪਣਾ ਕੰਡਕਟ ਕਰ ਲਈ ਸੈਮੀਨਾਰ। ਕਹਿੰਦੀ ਮੈਡਮ ਠੀਕ ਹੈ। ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਆਫਿਸ 'ਚ ਕਿਸੇ ਲੜਕੀ ਨੂੰ ਫੋਨ ਆਉਂਦਾ ਆ ਕਿ ਮੈਂ ਅੱਜ ਆਫਿਸ ਮਤਲਬ ਫੀਲਡ 'ਚ ਨਹੀਂ ਗਈ ਹੈਗੀ, ਮੈਂ ਘਰ ਆ। ਹੁਣ ਤੁਸੀਂ ਦੱਸੋ ਸਰ, ਫਸਟ ਡੇ, ਠੀਕ ਹੈ, ਮੈਂ ਸਪੈਸ਼ਲ ਆਲ ਦਾ ਬੈਸਟ ਗਿਆ ਔਰ ਮੈਨੂੰ ਉਹਨਾਂ ਨੇ ਅੱਗੇ ਦਾ ਚੀਟੀ ਕੀਤਾ। ਮੈਂ ਇੱਦਾਂ ਦੇ EMPLOYE ਰੱਖ ਸਕਦੀ ਹਾਂ? ਮੈਮ ਇੱਕ ਹੈਗਾ ਕਿ ਮੈਂ ਫਿਰ ਸਰ ਉਹਨੂੰ ਰੱਖਿਆ ਨਹੀਂ। ਮੈਂ ਉਸੇ ਟਾਈਮ ਕਹਤੇ ਸਰ ਮੈਂ ਰਿਜੈਕਟ ਕਰ ਦਿੱਤਾ। ਇਹਨਾਂ ਨੇ ਮੇਰੇ 'ਤੇ ਬਹੁਤ ਪੋਲੀਟੀਕਲ ਪ੍ਰੈਸ਼ਰ ਪਾਇਆ, ਇੱਧਰੋਂ ਵੀ ਪਾਇਆ, ਉੱਧਰੋਂ ਮੈਡਮ ਨਹੀਂ ਉਹਨੂੰ ਰੱਖਣਾ ਆ। ਮੈਂ ਕਿਹਾ ਸਰ ਜੀ ਜੇ ਇਹਨੇ ਪਹਿਲੇ ਦਿਨ ਇਸ ਤਰ੍ਹਾਂ ਕਰਤਾ ਉਹਨੂੰ ਆਪਾਂ ਕਿੱਦਾਂ ਰੱਖ ਸਕਦੇ ਹਾਂ? ਮੈਂ ਕਿਹਾ ਸਰ ਮੈਂ ਨਹੀਂ ਰੱਖੂੰਗੀ, ਮੈਂ ਰਿਜੈਕਟ ਕਰਤਾ ਆਪਣਾ, ਮੈਂ ਉਹਨੂੰ ਮੁੜ ਕੇ ਨਹੀਂ ਰੱਖਿਆ ਸਰ। ਮੈਮ ਇੱਕ ਪਹਿਲੋਂ ਤਾਂ ਸੀਗਾ ਉਹਦੀ ਕੀ ਤਨਖਾਹ ਸੀ? ਸਰ ਜਿਹੜਾ ਉਹ ਮੋਟੀਵੇਟਰ ਪਹਿਲਾਂ ਮੁਕੇਸ਼ ਆ ਉਹਨੂੰ ਮੈਂ ਰੱਖ ਲਿਆ ਸੀਗਾ ਕਿਉਂਕਿ ਉਹ ਕੋ ਐਕਸਪੀਰੀਅੰਸ ਸੀ ਸਰ। ਉਹ ਪਾਰਟ ਟਾਈਮ ਕਹਿੰਦਾ ਮੈਡਮ ਵੀ ਮੈਂ ਸਕੂਲ 'ਚ ਲੱਗਾ ਹੋਇਆ ਆ ਵੀ ਮੈਂ ਪਾਰਟ ਟਾਈਮ ਕੰਮ ਕਰਨਾ ਆ। ਮੈਂ ਕਿਹਾ ਠੀਕ ਆ ਕੋਈ ਨਹੀਂ ਤੂੰ ਪਾਰਟ ਟਾਈਮ ਕਰ ਲਾ। ਲੇਕਿਨ ਸਰ ਜਿੱਦਾਂ ਸੈਟਰਡੇ ਕਈ ਵਾਰ ਮੈਨੂੰ ਮੁਸ਼ਕਿਲ ਹੋਣੀ, ਮੇਰੇ ਨਾਲ ਕਈ ਵਾਰ ਆਫਿਸ ਇਹ ਬੰਦ ਹੁੰਦਾ ਸੀ ਤਾਂ ਮੈਂ ਇਕੱਲੀ ਹੁੰਦੀ ਸੀ, ਮੈਨੂੰ ਫੋਨ ਕਰਨਾ ਵੀ ਮੁਕੇਸ਼ ਵੀ ਚੱਲ ਤੂੰ ਅੱਜ ਆਇਆ ਵੀ ਅੱਜ ਤੈਨੂੰ ਸਕੂਲੇ ਛੁੱਟੀ ਹੁੰਦੀ, ਅੱਜ ਤਾਂ ਤੂੰ ਮੇਰੇ ਨਾਲ ਦਿਨ ਲਗਾ ਲਾ ਆਣ ਕੇ ਕੰਮ। ਸਰ ਨਹੀਂ ਹੋਣਾ, ਮੈਂ ਕਾਫੀ ਟਾਈਮ ਮੈਨੂੰ ਫੋਨ ਕਰਨੇ, ਕਈ ਵਾਰ ਤਾਂ ਮਤਲਬ ਇਕੱਲੀ ਹੋਣ ਕਰਕੇ ਮੈਂ ਬੜੀ ਹਤਾਸ਼ ਜਿਹੀ ਹੋ ਜਾਂਦੀ ਸੀਗੀ। ਫਿਰ ਵੀ ਸਰ ਮੈਂ ਉਹਨੂੰ ਕਿਹਾ ਚੱਲ ਠੀਕ ਹੈ ਸਰ। ਫਿਰ ਮੈਂ ਨਵੰਬਰ 'ਚ ਉੱਪਰੋਂ ਡਾਕੂਮੈਂਟਸ ਮੰਗਾਏ ਸੈਲਰੀ ਵਾਸਤੇ। ਮੈਂ ਕਿਹਾ ਵੀ ਇਸ ਤਰ੍ਹਾਂ ਮੋਟੀਵੇਟਰ ਰੱਖਿਆ, ਮੈਂ ਇਹਦੀ ਸਾਰੀ ਡਿਟੇਲ ਉੱਪਰ ਘੱਲੀ ਹੈ ਸਰ। ਅੱਛਾ, ਮੈਂ ਉੱਪਰ ਨਾ ਡਿਟੇਲ ਘੱਲੀ ਹੋਈ ਸੀ ਇਹਦੀ ਵੀ ਇੱਦਾਂ ਮੋਟੀਵੇਟਰ ਹੈ ਮੈਂ ਰੱਖਿਆ ਹੋਇਆ ਹੈ ਸਰ। ਅਤੇ ਉਹਨਾਂ ਨੇ ਅੱਗੇ ਪੇਮੈਂਟ ਸਲਿੱਪ ਵੀ ਘੱਲੀ ਵੀ ਆਓ ਚੜੀਏ ਨਾ ਮੋਟੀਵੇਟਰ ਤੋਂ ਭਰਾ ਕੇ ਘੱਲ ਦਿਓ। ਹੁਣ ਸਰ ਤੁਸੀਂ ਦੱਸੋ ਨਵੰਬਰ 'ਚ ਮੈਂ ਉਹਨੂੰ ਪੂਰਾ ਪਰਫੋਰਮਾ ਦਿੱਤਾ ਕਿ ਇਹ ਵਾਲਾ ਭਰ ਕੇ ਮੈਨੂੰ ਸੈਲਰੀ ਦੇ ਦਿਓ। ਸਰ ਜਿਹਨੂੰ ਸੈਲਰੀ ਚਾਹੀਦੀ ਹੋਵੇ ਉਹ ਭਰ ਕੇ ਨਹੀਂ ਦਿੰਦਾ ਡਾਕੂਮੈਂਟਸ, ਉਹਨੇ ਮੈਨੂੰ ਅੱਜ ਤੱਕ ਨਹੀਂ ਭਰ ਕੇ ਦਿੱਤਾ। ਹੁਣ ਦੱਸੋ ਇਹ 'ਚ ਕਿਹਦਾ ਕਸੂਰ ਆ, ਮੇਰਾ ਕੋਦਾ? ਮੈਮ ਇੱਕ ਹੋਰ ਵੀ ਸੀਗਾ ਕਿ ਲਿਫਾਫਿਆਂ ਬਾਰੇ ਸੀਗਾ। ਹਾਂਜੀ ਲਿਫਾਫੇ ਜਿਹੜੇ ਚੱਕ ਕੇ ਮਤਲਬ ਸਰ ਲਿਫਾਫੇ ਦਾ ਇਹ ਹੈ ਕਿ ਇੱਥੇ ਸਾਡੇ ਨਗਰ ਤਲਵਾੜਾ ਵਿੱਚ ਸਰ 2013 ਸ਼ਾਇਦ 14 ਵਿੱਚ ਬੈਨ ਹੋ ਚੁੱਕੇ ਆ ਪੋਲੀਥੀਨ, ਠੀਕ ਹੈ, ਬਿਲਕੁਲ ਜਾਨੀ ਕਿ ਮਤਾ ਪਾ ਚੁੱਕੇ ਆ। ਇਸ ਕਰਕੇ ਸਾਡੇ ਤਲਵਾੜੇ 'ਚ ਯੂਜ਼ ਕਰਨਾ ਮਨਾ ਆ। ਲੇਕਿਨ ਫਿਰ ਵੀ ਸਾਡਾ ਉੱਪਰੋਂ ਵੀ ਸਰ ਇਹ ਹੈਗਾ ਪਲਾਸਟਿਕ ਫ੍ਰੀ ਆਪਾਂ ਤਲਵਾੜਾ ਕਰਨਾ ਆ, ਜਾਨੀ ਕਿ ਆਪਣਾ ਭਾਰਤ ਕਰਨਾ। ਉਹਦੇ ਰਿਗਾਰਡਿੰਗ ਸਰ ਮੈਂ ਡੋਰ ਟੂ ਡੋਰ ਜਾਂਦੀ ਹਾਂ, ਹਰ ਇੱਕ ਦੁਕਾਨਦਾਰ ਨੂੰ ਜਾਂਦੀ, ਮੋਟੀਵੇਟ ਕਰਦੀ, ਸਮਝਾਉਂਦੀ, ਕਿੰਨੀ ਵਾਰੀ ਕਹਿੰਦੇ ਆ। ਉਸ ਤੋਂ ਬਾਅਦ ਜੇਕਰ ਨਹੀਂ ਮੰਨਦੇ ਸੀ ਵੇ ਸਰ ਕਈ ਵਾਰ ਮੈਨੂੰ ਮਜਬੂਰਨ ਜਿੱਦਾਂ ਡਰਾਵੇਲੇ ਉਠਾਣੇ ਪੈਂਦੇ ਸੀ, ਪਰ ਮੈਂ ਚਲਾਨ ਨਹੀਂ ਕਟਵਾਉਣਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਉਹੀ ਤੋਂ ਕਮਾਉਂਦੇ ਆ, ਠੀਕ ਹੈ ਨਾ। ਮੈਂ ਪੋਲੀਥੀਨ ਇਸ ਕਰਕੇ ਉਠਾ ਲੈਂਦੀ ਸੀਗੀ ਵੀ ਚਲੋ ਪਬਲਿਕ ਦੇ ਕੋਲ ਨਹੀਂ ਜਾਣਗੇ, ਇੱਥੇ ਖਤਮ ਹੋ ਜਾਏਗਾ ਦਾ ਸਟਾਕ, ਠੀਕ ਹੈ। ਤੇ ਬਸ ਇਹੀ ਗੱਲ ਆ, ਹੋਰ ਕੁਝ ਨਹੀਂ ਸਰ। ਆਪਣਾ ਜੋ ਕੰਮ ਆ ਉਹ ਮੈਂ ਡਿਊਟੀ ਆਪਣੀ ਇਮਾਨਦਾਰੀ ਨਾਲ ਕਰ ਰਹੀ ਹਾਂ। ਜਿਹੜੇ ਜਾਨੀ ਕਿ ਮੇਨ ਤਾਂ ਦੇਖੋ ਕੰਪਲੇਂਟ ਕਿਹੜੀ ਲਗਾਈ ਔਰ ਮੁੱਦੇ ਕਿਹੜੇ ਛੇੜ ਰਹੇ ਸਰ। ਪਹਿਲੀ ਗੱਲ ਤਾਂ ਇਹ ਦੇਖੋ ਕਿੱਥੇ ਪਿੱਛੇ ਜਾ ਰਹੇ, ਇੰਨੇ ਚਿਰ ਦੇ ਸਾਲ ਹੋ ਗਿਆ ਇੱਥੇ ਕੰਮ ਕਰਦੀ ਨੂੰ, ਉਦੋਂ ਦਾ ਮੁੱਦਾ ਕਿਉਂ ਨਹੀਂ ਛੇੜਿਆ, ਹੁਣ ਹੀ ਕਿਉਂ ਛੇੜੇ ਜਦ ਕਿ ਮੇਰੀ ਕੰਪਲੇਂਟ ਉੱਪਰ ਘੱਲ ਕੇ ਮੇਰੀ ਨੌਕਰੀ ਇਸ ਤਰ੍ਹਾਂ ਲਹਾ ਕੇ ਕਰ ਰਹੇ ਆ। ਹੁਣ ਇਹ ਪਹਿਲੇ ਇਹਨਾਂ ਨੂੰ ਮੋਟੀਵੇਟਰਾਂ ਦੀ ਯਾਦ ਨਹੀਂ ਆਈ ਸਰ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਸਰ ਮੈਨੂੰ ਇਹ ਚਾਹੁੰਦੀ ਹਾਂ ਕਿ ਮੇਰੀ ਜਿਹੜੀ ਨੌਕਰੀ ਬਹਾਲ ਕੀਤੀ ਜਾਵੇ, ਮੈਂ ਇੱਥੇ ਐਜ ਏ CF ਵਰਕ ਜਿੱਦਾਂਕਾਰੀ ਕਰਾਂ, ਮੇਰੇ 'ਤੇ ਕੋਈ ਪੋਲੀਟੀਕਲ ਪ੍ਰੈਸ਼ਰ ਨਾ ਪਾਇਆ ਜਾਵੇ। ਨਹੀਂ ਤੁਹਾਨੂੰ ਹੁਣ ਇਹਨੇ ਹਟਾਇਆ ਮਤਲਬ? ਸਰ ਇਹਨਾਂ ਨੇ ਉੱਪਰ ਕੰਪਲੇਂਟ ਪਾਈ ਮੇਰੀ। ਐਕਚੁਅਲੀ ਸਰ ਪਤਾ ਕਿ ਇੱਕ ਮੋਟੀਵੇਟਰ ਮੈਡਮ ਕਹਿੰਦੇ ਰੱਖਣ ਨੂੰ, ਉਹ ਇਹਨਾਂ ਦਾ ਰਿਲੇਟਿਵ ਹੈ ਕੋਈ, ਠੀਕ ਹੈ ਜੀ। ਅਤੇ ਮੈਂ ਕਿਹਾ ਮੈਡਮ ਮੈਂ ਮਨਾ ਨਹੀਂ ਕੀਤਾ ਕਿਉਂਕਿ ਪ੍ਰਧਾਨ ਆ, ਮੈਂ ਕਿਹਾ ਮੈਡਮ ਮੈਂ ਮਨਾ ਨਹੀਂ ਕਰਦੀ ਪਰ ਮੈਨੂੰ ਪਰਮਿਸ਼ਨ ਨਹੀਂ ਹੈਗੀ ਰੱਖਣ ਦੀ। ਤੁਸੀਂ ਇਸ ਤਰ੍ਹਾਂ ਕਰੋ ਕਿ ਮੈਨੂੰ ਨਾ ਰਿਜ਼ਿਊਮ ਦੇ ਦਿਓ ਤਾਂ ਕਿ ਮੈਂ ਉੱਪਰ ਘਲਾ ਦਾਂ, ਉੱਪਰੋਂ ਪਰਮਿਸ਼ਨ ਮਿਲੇਗੀ ਤਾਂ ਸਰ ਮੈਂ ਕਰੂੰਗੀ, ਹੈ ਨਾ। ਕਹਿੰਦੇ ਇੱਦਾਂ ਕਿੱਦਾਂ ਹੋ ਸਕਦਾ, MLA ਸਰ ਨੇ ਇੰਨੇ ਰੱਖੇ, ਉਹਨਾਂ ਦਾ ਤਾਂ ਰਿਜ਼ਿਊਮ ਮੰਗਿਆ ਨਹੀਂ ਅਤੇ ਇਹਦਾ ਕਿਉਂ ਦੇਵਾਂ। ਮੈਂ ਕਿਹਾ ਮੈਡਮ ਜੀ ਇਹ ਹੈ ULB ਲੋਕਲ ਬੋਡੀ ਆ, ਮੈਂ ਕਿਹਾ ਉਹ ਸੈਂਟਰ ਦਾ ਮਹਿਕਮਾ, ਮੈਡਮ ਉੱਥੇ ਜਿਹੜੀ ਸਾਰਾ ਪ੍ਰੂਫ ਜਾਏਗਾ, ਮੈਨੂੰ ਪਰਮਿਸ਼ਨ ਮਿਲੇਗੀ ਫਿਰ ਮੈਂ ਮੋਟੀਵੇਟਰ ਰੱਖ ਸਕਦੀ ਹਾਂ।
ਤੇ ਸਰ ਇਹਨਾਂ ਨੇ ਬਸ ਇਹੀ 1 ਮਹੀਨੇ 'ਚ ਉਹ ਲੜਕੇ ਨੇ ਮੈਨੂੰ ਰਿਜ਼ਿਊਮ ਨਹੀਂ ਦਿੱਤਾ, ਮੈਡਮ ਨੇ ਮੈਨੂੰ ਕੁਝ ਕਿਹਾ ਨਹੀਂ, ਸਿੱਧੀ ਐਪਲੀਕੇਸ਼ਨ ਬਿਨਾਂ ਨੰਬਰ ਲਗਾਏ ਮੇਰੇ ਹੈੱਡ ਆਫਿਸ ਦੇ ਦਿੱਤੀ। ਮੇਰੇ ਅਗੇਂਸਟ ਵੀ ਇਹ ਮੈਡਮ ਕੰਮ ਨਹੀਂ ਕਰਦੀ। ਐਮਸੀ ਸਾਰੇ ਪਰੇਸ਼ਾਨ ਆ ਇਹ ਤੋਂ। ਫਿਰ ਮੈਂ ਐਮਸੀਆਂ ਤੋਂ ਪੁੱਛਿਆ ਸਰ, ਸਾਰਿਆਂ ਨੇ ਮੈਨੂੰ ਰਿਟਨ 'ਚ ਕਿਹਾ, ਕਹਿੰਦੇ ਮੈਡਮ ਜੀ ਸਾਨੂੰ ਤੁਹਾਡੇ ਕੰਮ ਤੋਂ ਕੋਈ ਕੰਪਲੇਂਟ ਨਹੀਂ, ਤੁਸੀਂ ਆਪਣਾ ਕੰਮ ਬਾਖੂਬੀ ਕਰ ਰਹੇ ਹੋ, ਠੀਕ ਹੈ, ਅਸੀਂ ਆਪਣੇ ਬਾਰ ਦੀ ਪੂਰੀ ਗਾਰੰਟੀ ਦਿੰਦੇ ਕਿ ਸਾਨੂੰ ਕੋਈ ਕੰਪਲੇਂਟ ਨਹੀਂ ਤੁਹਾਡੇ ਤੋਂ। ਪਰ ਉਹ ਕਹਿੰਦੀ ਹੈ ਪ੍ਰਧਾਨ ਜਿਹੜੀ ਉਹ ਕਹਿੰਦੀ ਹੈ ਵੀ ਮੇਰੇ ਕੋਲ ਤਾਂ ਪਾਵਰ ਹੀ ਕੋਈ ਨਹੀਂ ਕਿਸੇ ਨੂੰ ਹਟਾਉਣ ਦੀ ਜਾਂ ਰੱਖਣ ਦੀ। ਸਰ ਜੀ ਇਹਨਾਂ ਨੇ ਕੰਪਲੇਂਟ ਪਾਈ ਉੱਪਰ, ਨਹੀਂ ਪਾਵਰ ਅੱਛਾ ਤੁਸੀਂ ਇਹ ਦੱਸੋ ਵੀ ਇੱਥੇ ਇੰਨਾ ਕੁਝ ਹੋ ਰਿਹਾ, ਠੀਕ ਹੈ, ਉੱਪਰ ਕੰਪਲੇਂਟ ਕਿੱਦਾਂ ਚੱਲ ਗਈ ਮੇਰੇ ਖਿਲਾਫ? ਉਹਨਾਂ ਨੇ ਮੈਨੂੰ ਕੰਪਲੇਂਟ ਸਰ ਮੈਂ ਇਹਨਾਂ ਨੂੰ ਕਾਪੀ ਦਿੱਤੀ, ਉਹ ਤੇ ਬਿਨਾਂ ਨੰਬਰ ਲੱਗੇ ਆ, ਸਾਡੇ ਈਓ ਨੂੰ ਦਿੱਤੀ। ਉਹ ਸਰ ਇਹਨਾਂ ਦੇ ਫਾਦਰ ਇਨ ਲੋ ਉਹਨਾਂ ਨੂੰ ਮੈਸੇਜ ਕਰ ਰਹੇ ਬਾਰ-ਬਾਰ, ਜਿਸ ਦਿਨ ਮੈਂ ਰੋਜ਼ ਹੋਣਾ ਉਹ ਸੀਐਫ ਆ ਰਹੀ, ਤੁਸੀਂ ਉਹਦੀ ਟ੍ਰਾਂਸਫਰ ਨਹੀਂ ਕੀਤੀ। ਸਰ ਇੰਨਾ ਇਰੀਟੇਟ ਕਰਤਾ ਨਾ ਸੀਏ ਨੂੰ, ਉਹਨਾਂ ਨੇ ਵੀ ਕਹਿ ਦਿੱਤਾ ਕਿ ਉਹ ਤੁਸੀਂ ਸੀਐਫ ਮੈਡਮ ਨੂੰ ਹਟਾ ਲਓ। ਸਰ ਉਹ ਫਾਦਰ ਇਨ ਲੋ ਉਹਨਾਂ ਦੇ ਬਹੁਤ ਮੈਸੇਜ ਕਰ ਰਹੇ ਆ। ਸ਼ਿਕਾਇਤ ਕੀਤੀ ਨਾ, ਹਾਂਜੀ ਸਰ, ਤੁਹਾਡੇ ਤੇ ਮਤਲਬ ਕੀ ਅਸਰ ਹੋ ਸਕਦਾ? ਸਰ ਉਹਦਾ ਫਿਰ ਉਹਨਾਂ ਨੇ ਟ੍ਰਾਂਸਫਰ ਤਾਂ ਕਰਨੀ ਸੀ, ਉਹਨਾਂ ਨੇ ਟ੍ਰਾਂਸਫਰ ਵੀ ਕਰਤੀ ਸਰ, ਕਰਤੀ, ਲੇਕਿਨ ਮੈਂ ਟ੍ਰਾਂਸਫਰ 'ਚ ਕਿਹਾ ਵੀ ਮੈਨੂੰ ਥੋੜਾ टाइम दो सर। भी मैं एनकाउंटर तलवाड़ा से ज्योति गौतम की रिपोर्ट।